Good morning, everyone. My name is Sarabjit Kaur, Assistant Professor of English, Baba Muni Ji College of Education, Lehra Mohabbat, Bathinda. Today, my topic is prose and poetry. Let's start with meaning of prose and poetry. Meaning of prose. Prose represent everyday speech. ਪ੍ਰੋਜ਼ ਯਾਨੀ ਕਿ ਵਾਰਤਕ ਜਿਹੜੀ ਸਾਡੀ ਐਵਰੀਡੇਜ਼ ਡੇਲੀ ਦੀਆਂ ਜਿਹੜੀਆਂ ਸਪੀਚਸ ਨੇ ਉਹਨਾਂ ਨੂੰ ਕੀ ਕਰਦਾ ਹੈ ਰੀਪ੍ਰਜੈਂਟ ਕਰਦਾ ਹੈ। ਦੇ ਆਰ ਨਾਟ ਲੈਰੀਕਲ ਨਹੀਂ ਹੁੰਦੇ, ਦੇ ਆਰ ਯੂਜ਼ਲੀ ਰਿਟਨ ਇਨ ਪੈਰਾਗ੍ਰਾਫ ਫੋਰਮਸ। ਆਮ ਤੌਰ 'ਤੇ ਬੇਟਾ ਇਹ ਪੈਰਾਗ੍ਰਾਫ ਦੇ ਰੂਪ ਵਿੱਚ ਲਿਖੇ ਜਾਂਦੇ ਹੈ। ਐਂਡ ਦੇ ਡੂ ਨਾਟ ਫੋਲੋ ਆ ਰਾਈਮ ਪੈਟਰਨਸ, ਇਹ ਕਿਸੇ ਵੀ ਰਾਈਮ ਪੈਟਰਨਸ ਨੂੰ ਕੀ ਆ ਫੋਲੋ ਨਹੀਂ ਕਰਦੇ। ਸਮ ਐਗਜ਼ਾਮਪਲਸ ਆਫ ਪ੍ਰੋਜ਼ ਦੀਆਂ ਕੁਝ ਐਗਜ਼ਾਮਪਲਸ ਜਿਵੇਂ ਨਿਊਜ਼ਪੇਪਰ, ਮੈਗਜ਼ੀਨ, ਆਰਟੀਕਲਸ, ਐਸੇਜ਼ ਔਰ ਰਿਸਰਚ ਪੇਪਰਸ, ਨਾਵਲ ਔਰ ਸ਼ੋਰਟ ਸਟੋਰੀਜ਼, ਇਹ ਕੀ ਹੈ ਬੇਟਾ ਪ੍ਰੋਜ਼ ਦੀਆਂ ਕੀ ਨੇ ਐਗਜ਼ਾਮਪਲਸ ਨੇ। ਪ੍ਰੋਜ਼ ਇਜ਼ ਅ ਸਟਾਈਲ ਆਫ ਰਾਈਟਿੰਗ। ਬੇਸਿਕਲੀ ਪ੍ਰੋਜ਼ ਕੀ ਹੈ ਬੇਟਾ ਇੱਕ ਸਟਾਈਲ ਹੈ ਰਾਈਟਿੰਗ ਦਾ। ਦੈਟ ਡਜ਼ ਨਾਟ ਫੋਲੋ ਆ ਸਟ੍ਰਿਕਟ ਸਟਰਕਚਰਸ, ਕਿਸੇ ਵੀ ਸਟ੍ਰਿਕਟ ਸਟਰਕਚਰਸ ਨੂੰ ਠੋਸ ਸਟਰਕਚਰ ਨੂੰ ਫੋਲੋ ਨਹੀਂ ਕਰਦਾ ਇਹ। ਪ੍ਰੋਜ਼ ਯੂਜ਼ਸ ਨਾਰਮਲ ਗ੍ਰਾਮੈਟੀਕਲ ਸਟਰਕਚਰਸ, ਇਹ ਕਿਹਨੂੰ ਯੂਜ਼ ਕਰਦਾ ਬੇਟਾ ਜਿਹੜੀ ਇੱਕ ਨਾਰਮਲ ਗ੍ਰਾਮੈਟੀਕਲ ਸਟਰਕਚਰਸ ਹੈ ਉਸਨੂੰ ਫੋਲੋ ਕਰਦਾ ਹੈ। ਠੀਕ ਹੈ। ਮੀਨਿੰਗ ਆਫ ਪੋਇਟਰੀ। ਪੋਇਟਰੀ ਇਜ਼ ਟਾਈਪ ਆਫ ਲਿਟਰੇਚਰ। ਪੋਇਟਰੀ ਕੀ ਹੈ ਬੇਟਾ ਲਿਟਰੇਚਰ ਦਾ ਇੱਕ ਟਾਈਪ ਹੈ। ਦੈਟ ਯੂਜ਼ਸ ਕੇਅਰਫੁਲੀ ਅਰੇਂਜਡ ਲੈਂਗੁਏਜ ਟੂ ਕ੍ਰੀਏਟ ਆ ਮੀਨਿੰਗ, ਸਾਊਂਡ ਐਂਡ ਰਿਦਮ। ਬੇਟਾ ਜਿਹੜੀ ਜਦੋਂ ਪੋਇਟਰੀ ਦੇ ਵਿੱਚ ਲੈਂਗੁਏਜ ਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਬਹੁਤ ਹੀ ਧਿਆਨ ਦੇ ਨਾਲ ਲੈਂਗੁਏਜ ਨੂੰ ਕੀਤਾ ਜਾਂਦਾ ਅਰੇਂਜ ਕੀਤਾ ਜਾਂਦਾ ਹੈ ਤਾਂ ਕਿ ਇਹ ਜਿਹੜਾ ਇਸ ਤੋਂ ਕੀ ਕੀਤਾ ਜਾਵੇ ਮੀਨਿੰਗ ਅਤੇ ਸਾਊਂਡ ਅਤੇ ਰਿਦਮ ਕੀ ਹੈ ਕ੍ਰੀਏਟ ਕੀਤੀ ਜਾਵੇ। ਦ ਲੈਂਗੁਏਜ ਇਜ਼ ਰਿਲੇਟਡ ਟੂ ਹਿਊਮਨ ਬ੍ਰੇਨ ਐਂਡ ਆਈਡੀਆਜ਼। ਤਾਂ ਬੇਟਾ ਲੈਂਗੁਏਜ ਕਿਹਦੇ ਨਾਲ ਰਿਲੇਟਡ ਹੁੰਦੀ ਹੈ ਮਨੁੱਖ ਦੇ ਦਿਮਾਗ ਨਾਲ, ਆਈਡੀਆਜ਼ ਨਾਲ ਰਿਲੇਟ ਕਰਦੀ ਹੈ। ਠੀਕ ਹੈ। ਬਟ ਦ ਪੋਇਟਰੀ ਇਜ਼ ਦੈਟ ਯੂਨੀਕ ਅਸਪੈਕਟ ਆਫ ਲੈਂਗੁਏਜ। ਪਰ ਜਿਹੜੀ ਪੋਇਟਰੀ ਹੈ ਉਹ ਇੱਕ ਯੂਨੀਕ ਅਸਪੈਕਟ, ਇੱਕ ਯੂਨੀਕ ਪੱਖ ਰੱਖਦੀ ਹੈ ਲੈਂਗੁਏਜ ਦਾ, ਵਿਚ ਇਜ਼ ਰਿਲੇਟਡ ਟੂ ਹਿਊਮਨ ਇਮੋਸ਼ਨ ਐਂਡ ਸੋਲ। ਤਾਂ ਬੇਟਾ ਜਿਹੜੀ ਕਿਹਦੇ ਨਾਲ ਸੰਬੰਧਿਤ ਹੁੰਦੀ ਹੈ ਹਿਊਮਨ ਦੇ ਇਮੋਸ਼ਨਸ ਨਾਲ ਅਤੇ ਉਸਦੀ ਸੋਲ ਨਾਲ, ਰੂਹ ਨਾਲ ਸੰਬੰਧਿਤ ਹੁੰਦੀ ਹੈ। ਪੋਇਟਰੀ ਇੰਪਾਰਟਸ ਸਪੀਚ ਟੂ ਹਿਊਮਨ ਫੀਲਿੰਗਸ ਆਫ ਲਵ, ਕੰਟੈਂਪਟ, ਰੈਸਟਲੈਸਨੈਸ ਐਂਡ ਈਵਨ ਡਿਸਟਰੈਸਟ। ਤਾਂ ਜਿਹੜੀ ਬੇਟਾ ਪੋਇਟਰੀ ਹੈਗੀ ਉਹ ਕੀ ਹੈਗੀ ਜਿਹੜੀਆਂ ਮਨੁੱਖ ਦੀਆਂ ਭਾਵਨਾਵਾਂ ਜਿਵੇਂ ਪਿਆਰ, ਨਫ਼ਰਤ, ਬੇਚੈਨੀ, ਨਿਰਾਸ਼ਾ, ਇਹਨਾਂ ਸਾਰੀਆਂ ਨੂੰ ਕੀ ਕਰਦੀ ਹੈ ਇੰਪਾਰਟਸ ਕਰਦੀ ਹੈ। ਠੀਕ ਹੈ। ਨੈਕਸਟ ਟੀਚਿੰਗ ਆਫ ਪੋਇਟਰੀ ਦਸ ਇਜ਼ ਨਾਟ ਐਵਰੀ ਵਨ ਕੱਪ ਆਫ ਟੀ। ਤਾਂ ਜਿਹੜੀ ਟੀਚਿੰਗ ਆਫ ਪੋਇਟਰੀ ਹੈ ਬੇਟਾ ਇਹ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਨੈਕਸਟ ਡੈਫੀਨੇਸ਼ਨ ਆਫ ਪ੍ਰੋਜ਼ ਐਂਡ ਪੋਇਟਰੀ। ਡੈਫੀਨੇਸ਼ਨ ਆਫ ਪ੍ਰੋਜ਼ ਐਨੀ ਕਮਿਊਨੀਕੇਸ਼ਨ ਥਰੂ ਦਾ ਯੂਜ਼ ਆਫ ਲੈਂਗੁਏਜ, ਸੈਂਟੈਂਸ ਔਰ ਸਟੇਟਮੈਂਟ। ਕੋਈ ਵੀ ਕਮਿਊਨੀਕੇਸ਼ਨ ਜਿਹੜੀ ਆਪਾਂ ਲੈਂਗੁਏਜ ਦੇ ਸੈਂਟੈਂਸ ਜਾਂ ਸਟੇਟਮੈਂਟ ਦੇ ਥਰੂ ਕਰਦੇ ਹਾਂ ਵਿਦਾਊਟ ਯੂਜ਼ ਆਫ ਰਿਦਮ, ਰਾਈਮ ਐਂਡ ਮੀਟਰ ਬਟ ਵਿਦ ਦਾ ਪ੍ਰੋਪਰ ਗ੍ਰਾਮੈਟੀਕਲ ਸਟਰਕਚਰਸ, ਜਿਹੜੀ ਕਿ ਜਿਹਦੇ ਵਿੱਚ ਬਿਨਾਂ ਕਿਸੇ ਰਿਦਮ ਤੋਂ, ਰਾਈਮ ਤੋਂ, ਮੀਟਰ ਤੋਂ ਅਤੇ ਜਿਹਦੇ ਵਿੱਚ ਕੀ ਆ ਪ੍ਰੋਪਰ ਗ੍ਰਾਮੈਟੀਕਲ ਸਟਰਕਚਰਸ ਹੋਵੇ ਤਾਂ ਉਸ ਚੀਜ਼ ਨੂੰ ਕੀ ਕਹਿੰਦੇ ਆ ਪ੍ਰੋਜ਼ ਕਹਿੰਦੇ ਆ। ਡੈਫੀਨੇਸ਼ਨ ਆਫ ਪੋਇਟਰੀ ਮਿਲਟਨ ਸੇਜ਼ ਪੋਇਟਰੀ ਇਜ਼ ਸਿੰਪਲ, ਸੈਂਸੂਅਸ ਐਂਡ ਪੈਸ਼ਨੇਟ। ਪੋਇਟਰੀ ਕੀ ਹੈ ਬੇਟਾ ਸਿੰਪਲ ਹੈ, ਸਧਾਰਨ ਹੈ, ਭਾਵਨਾਤਮਕ ਹੈ। ਪੋਇਟਰੀ ਇਜ਼ ਡਾਇਰੈਕਟਲੀ ਰਿਲੇਟਡ ਟੂ ਹਿਊਮਨ ਲਾਈਫ ਐਂਡ ਇਟਸ ਪਿਕੂਲਿਅਰਿਟੀਜ਼। ਤਾਂ ਪੋਇਟਰੀ ਕੀ ਹੈ ਬੇਟਾ ਡਾਇਰੈਕਟਲੀ ਕਿਹਦੇ ਨਾਲ ਸੰਬੰਧਿਤ ਰੱਖਦੀ ਹੈ ਮਨੁੱਖੀ ਜੀਵਨ ਨਾਲ ਸੰਬੰਧਿਤ ਰੱਖਦੀ ਹੈ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਨਾਲ ਸੰਬੰਧਿਤ ਰੱਖਦੀ ਹੈ। ਨੈਕਸਟ ਪਰਪਜ਼ ਆਫ ਦਾ ਪ੍ਰੋਜ਼ ਦੇ ਪਰਪਜ਼ ਕੀ ਹੈ ਬੇਟਾ ਪ੍ਰੋਜ਼ ਦਾ ਫਸਟ ਪਰਪਜ਼ ਹੈ ਟੂ ਡਿਫਾਈਨ। ਵੀ ਪ੍ਰੋਜ਼ ਦਾ ਕੀ ਹੈ ਕਿਸੇ ਚੀਜ਼ ਨੂੰ ਡਿਫਾਈਨ ਕਰਨਾ। ਟੂ ਇਨਫੋਰਮੇਸ਼ਨ ਦੇਣਾ, ਇਨਫੋਰਮ ਕਰਨਾ, ਜਾਣਕਾਰੀ ਦੇਣਾ। ਟੂ ਐਂਟਰਟੇਨਮੈਂਟ ਅਤੇ ਕੀ ਹੈ ਪਾਠਕਾਂ ਨੂੰ ਕੀ ਹੈ ਐਂਟਰਟੇਨਮੈਂਟ ਕਰਨਾ ਉਹਨਾਂ ਦਾ। ਨੈਕਸਟ ਪਰਪਜ਼ ਆਫ ਪੋਇਟਰੀ ਦਾ ਪਰਪਜ਼ ਕੀ ਹੈ ਦ ਪਰਪਜ਼ ਆਫ ਪੋਇਟਰੀ ਇਜ਼ ਟੂ ਸਟਾਇਰ ਦਾ ਰੀਡਰਸ ਇਮੈਜੀਨੇਸ਼ਨ ਔਰ ਇਮੋਸ਼ਨਸ। ਜਿਹੜੇ ਪਾਠਕ ਆ ਉਹਨਾਂ ਦੀਆਂ ਭਾਵਨਾਵਾਂ ਜਾਂ ਇਮੋਸ਼ਨ ਦੇ ਵਿੱਚ ਮੂਵਮੈਂਟ ਪੈਦਾ ਕਰਨਾ, ਹਲਚਲ ਪੈਦਾ ਕਰਨਾ। ਇਟ ਇਜ਼ ਨਾਟ ਐਜ਼ ਅ ਸਟ੍ਰੇਟ ਫੋਰਵਰਡ ਐਜ਼ ਅ ਪ੍ਰੋਜ਼। ਇਹ ਪ੍ਰੋਜ਼ ਦੀ ਤਰ੍ਹਾਂ ਸਟ੍ਰੇਟ ਨਹੀਂ ਹੁੰਦੀ, ਸਿੱਧੀ ਨਹੀਂ ਹੁੰਦੀ। ਠੀਕ ਹੈ। ਇਹਦੀ ਲੈਂਗੁਏਜ ਆ ਜਿਹੜੀ ਉਹ ਸਿੰਪਲ ਨਹੀਂ ਹੁੰਦੀ ਗੀ। ਨੈਕਸਟ ਡਿਫਰੈਂਸਿਸ ਆਫ ਪ੍ਰੋਜ਼ ਐਂਡ ਪੋਇਟਰੀ ਅਤੇ ਪ੍ਰੋਜ਼ ਦੇ ਵਿੱਚ ਕੀ ਕੀ ਡਿਫਰੈਂਸਿਸ ਨੇ ਉਸ ਬਾਰੇ ਗੱਲ ਕਰਾਂਗੇ। ਜਿਵੇਂ ਫਸਟ ਦੇ ਵਿੱਚ ਆਪਾਂ ਮੀਨਿੰਗ ਕੀਤਾ ਸੀ ਬੇਸਿਕਲੀ ਉਸ ਤੋਂ ਹੀ ਪਤਾ ਚੱਲ ਗਿਆ। ਹੁਣ ਆਪਾਂ ਇਹਨਾਂ ਬਾਰੇ ਡਿਫਰੈਂਸਿਸ ਬਾਰੇ ਗੱਲ ਕਰਾਂਗੇ। ਫਸਟ ਡਿਫਰੈਂਸਿਸ ਪ੍ਰੋਜ਼ ਡਜ਼ ਨਾਟ ਪੇ
ਇੰਟੈਂਸ਼ਨ ਟੂ ਰਾਈਮ ਐਂਡ ਰਿਦਮ। ਜਿਹੜਾ ਪ੍ਰੋਜ਼ ਹੈ ਬੇਟਾ ਉਹ ਰਾਈਮ ਅਤੇ ਰਿਦਮ ਨੂੰ ਇੰਟੈਂਸ਼ਨ ਨਹੀਂ ਦਿੰਦਾ, ਧਿਆਨ ਨਹੀਂ ਦਿੰਦੀ ਉਸ ਚੀਜ਼ ਵੱਲ। ਬਟ ਪੋਇਟਰੀ ਹੈ ਜਿਹੜੀ ਪੇ ਇੰਟੈਂਸ਼ਨ ਟੂ ਰਾਈਮ ਐਂਡ ਰਿਦਮ। ਪਰ ਜਿਹੜੀ ਪੋਇਟਰੀ ਹੈ ਉਹ ਕੀ ਹੈਗੀ, ਰਿਦਮ ਅਤੇ ਰਾਈਮ ਵੱਲ ਕੀ ਹੈ, ਧਿਆਨ ਦਿੰਦੀ ਹੈ। ਦ ਰਾਈਟਰ ਯੂਜੂਅਲੀ ਹੈਜ਼ ਨੋ ਵਰਡ ਲਿਮਿਟ। ਪ੍ਰੋਜ਼ ਦੇ ਵਿੱਚ ਬੇਟਾ ਜਿਹੜਾ ਰਾਈਟਰ ਹੈ ਉਹਦੇ ਲਈ ਕੀ ਹੈ, ਵਰਡਸ ਦੀ ਕੋਈ ਲਿਮਿਟ ਨਹੀਂ ਹੁੰਦੀ। ਬਟ ਪੋਇਟਰੀ ਦੇ ਵਿੱਚ ਜਿਹੜਾ ਕੀ ਹੈਗਾ, ਪੋਇਟਸ ਹੈ ਉਹਦੇ ਲਈ ਕੀ ਹੈ ਬੇਟਾ, ਵਰਡਸ ਕੀ ਹੈ, ਲਿਮਿਟ ਦੇ ਵਿੱਚ ਹੁੰਦੇ ਆ। ਪੋਇਟਸ ਯੂਜ਼ ਆ ਲਿਮਿਟਡ ਨੰਬਰ ਆਫ ਵਰਡਸ ਜਿਹੜੇ ਉਹ ਲਿਮਿਟਡ ਦੇ ਵਿੱਚ ਯੂਜ਼ ਕਰਦਾ ਹੈ। ਆਈਡੀਆਜ਼ ਆਰ ਰਿਟਨ ਇਨ ਸੈਂਟੈਂਸ। ਜਿਹੜੇ ਆਈਡੀਆਜ਼ ਆ ਉਹ ਕਿਹਦੇ ਵਿੱਚ ਲਿਖੇ ਜਾਂਦੇ ਆ, ਸੈਂਟੈਂਸਿਸ ਦੇ ਵਿੱਚ ਲਿਖੇ ਜਾਂਦੇ ਆ। ਆਰ ਗਰੁੱਪਡ ਇਨਟੂ ਪੈਰਾਗ੍ਰਾਫ। ਅਤੇ ਫਿਰ ਉਹਨਾਂ ਨੂੰ ਕੀ, ਜਿਹੜੇ ਉਹਨਾਂ ਦੇ ਗਰੁੱਪ ਬਣਾਏ ਜਾਂਦੇ ਆ ਕਿਹਦੇ ਵਿੱਚ ਬਣਾਏ ਜਾਂਦੇ ਆ, ਪੈਰਾਗ੍ਰਾਫ ਦੇ ਵਿੱਚ ਬਣਾਏ ਜਾਂਦੇ ਆ। ਬੇਟਾ ਪੋਇਟਰੀ ਦੇ ਵਿੱਚ ਜਿਹੜੇ ਆਈਡੀਆਜ਼ ਨੇ ਆਰ ਰਿਟਨ ਇਨ ਲਾਈਨਸ। ਕਾਹਦੇ ਵਿੱਚ ਲਿਖੇ ਜਾਂਦੇ ਆ, ਲਾਈਨਸ ਦੇ ਵਿੱਚ ਲਿਖੇ ਜਾਂਦੇ ਆ। ਆਰ ਗਰੁੱਪਡ ਇਨਟੂ ਸਟੈਂਜਾਸ। ਜਿਹੜੀਆਂ ਲਾਈਨਸ ਨੇ ਉਹ ਕਾਹਦੇ ਵਿੱਚ ਗਰੁੱਪਡ ਕੀਤੀਆਂ ਜਾਂਦੀਆਂ, ਸਟੈਂਜਾ ਦੇ ਵਿੱਚ। ਤਾਂ ਬੇਟਾ ਪਤਾ ਚੱਲ ਗਿਆ ਨਾ ਵੀ ਪ੍ਰੋਜ਼ ਕਿਹਦੇ ਵਿੱਚ ਲਿਖੀ ਜਾਂਦੀ ਹੈ, ਸੈਂਟੈਂਸਿਸ ਦੇ ਵਿੱਚ ਲਿਖੀ ਜਾਂਦੀ ਹੈ। ਅਤੇ ਜਿਹੜੇ ਸੈਂਟੈਂਸਿਸ ਨੇ ਉਹਨਾਂ ਦੇ ਪੈਰਾਗ੍ਰਾਫ ਬਣਾਏ ਜਾਂਦੇ ਨੇ। ਅਤੇ ਪੋਇਟਰੀ ਦੇ ਵਿੱਚ ਪੋਇਟਰੀ ਕਿਸ 'ਚ ਲਿਖੀ ਜਾਂਦੀ ਹੈ, ਲਾਈਨਸ ਦੇ ਵਿੱਚ ਲਿਖੀ ਜਾਂਦੀ ਹੈ। ਅਤੇ ਉਹਨਾਂ ਦੇ ਜਿਹੜੇ ਗਰੁੱਪ ਨੇ ਉਹ ਕਾਹਦੇ 'ਚ ਬਣਾਏ ਜਾਂਦੇ ਨੇ, ਸਟੈਂਜਾ 'ਚ ਬਣਾਏ ਜਾਂਦੇ ਨੇ। ਨੈਕਸਟ, ਪ੍ਰੋਜ਼ ਕੈਨ ਬੀ ਅੰਡਰਸਟੂਡ ਬਾਈ ਰੀਡਿੰਗ ਵੰਸ। ਜਿਹੜਾ ਪ੍ਰੋਜ਼ ਆ ਅਸੀਂ ਉਸਨੂੰ ਇੱਕ ਵਾਰ ਰੀਡਿੰਗ 'ਤੇ ਹੀ ਸਮਝ ਲੈਂਦੇ ਹਾਂ। ਬਟ ਪੋਇਟਰੀ ਦੇ ਵਿੱਚ ਕੀ ਹੁੰਦਾ, ਮੋਰ ਦੈਨ ਵਨ ਰੀਡਿੰਗ ਮੇ ਬੀ ਨੀਡਡ ਟੂ ਅੰਡਰਸਟੈਂਡ ਦਾ ਮੀਨਿੰਗ। ਇੱਕ ਤੋਂ ਜ਼ਿਆਦਾ ਵਾਰ ਉਸਦੇ ਮੀਨਿੰਗ ਨੂੰ ਸਮਝਣ ਲਈ ਸਾਨੂੰ ਉਸਨੂੰ ਕੀ ਆ, ਇੱਕ ਤੋਂ ਜ਼ਿਆਦਾ ਵਾਰ ਪੜ੍ਹਨ ਦੀ ਲੋੜ ਪੈਂਦੀ ਹੈ। ਨੈਕਸਟ, ਲੈਂਗੁਏਜ ਇਜ਼ ਮੋਰ ਨੈਚੁਰਲ ਐਂਡ ਗ੍ਰਾਮੈਟੀਕਲ। ਪ੍ਰੋਜ਼ ਦੇ ਵਿੱਚ ਜਿਹੜੀ ਬੇਟਾ ਲੈਂਗੁਏਜ ਆ ਉਹ ਨੈਚੁਰਲ ਹੁੰਦੀ ਹੈ ਅਤੇ ਗ੍ਰਾਮੈਟੀਕਲ ਹੁੰਦੀ ਆ। ਬਟ ਪੋਇਟਰੀ ਦੇ ਵਿੱਚ ਜਿਹੜੀ ਲੈਂਗੁਏਜ ਆ ਉਹ ਫਿਗਰੇਟਿਵ ਐਂਡ ਰਿਦਮਿਕਲ ਹੁੰਦੀ ਆ। ਤਾਂ ਬੇਟਾ ਇਹ ਕੀ ਸੀ, ਆਪਣੇ ਪ੍ਰੋਜ਼ ਅਤੇ ਪੋਇਟਰੀ ਦੇ ਕੀ ਸੀਗੇ, ਡਿਫਰੈਂਸਿਸ ਸੀਗੇ। ਨੈਕਸਟ, ਲਿਟਰੇਰੀ ਫੋਰਮਸ ਲੇਟਰ ਟੂ ਪੋਇਟਰੀ ਐਂਡ ਰਾਈਮ ਸਕੀਮ। ਇਸ ਚੀਜ਼ ਬਾਰੇ ਆਪਾਂ ਗੱਲ ਕਰਾਂਗੇ, ਪੋਇਟਰੀ ਅਤੇ ਰਾਈਮ ਸਕੀਮ ਦੇ ਬਾਰੇ, ਜਿਹੜੀ ਕਿ ਲਿਟਰੇਰੀ ਫੋਰਮ ਦੇ ਵਿੱਚ ਲੇਟ ਕਰਦੀ ਹੈ, ਸੰਬੰਧਿਤ ਰੱਖਦੀ ਹੈ। ਫਸਟ ਦੇ ਵਿੱਚ ਬੇਟਾ ਆ ਜਾਂਦਾ ਹੈ ਅਲਿਟਰੇਸ਼ਨਸ। ਅਲਿਟਰੇਸ਼ਨਸ ਕੀ ਹੈ, ਇਹਨੂੰ ਅਨੁਪ੍ਰਯੋਗ ਕਹਿੰਦੇ ਆ ਪੰਜਾਬੀ ਦੇ ਵਿੱਚ। ਇਟ ਅਕਰਜ਼, ਇਹ ਉਦੋਂ ਵਾਪਰਦੀ ਹੈ ਬੇਟਾ ਵੈਨ ਟੂ ਔਰ ਮੋਰ ਵਰਡਸ ਆਰ ਲਿੰਕਡ। ਜਦੋਂ ਦੋ ਜਾਂ ਦੋ ਤੋਂ ਵੱਧ ਵਰਡਸ ਆਪਸ ਵਿੱਚ ਲਿੰਕਡ ਹੋਣ। ਦੈਟ ਸ਼ੇਅਰ ਦਾ ਸੇਮ ਫਸਟ ਕੰਸੋਨੈਂਟ ਸਾਊਂਡਸ। ਪਰ ਜਿਹੜੀ ਉਹਨਾਂ ਦੀ ਫਸਟ ਕੰਸੋਨੈਂਟ ਸਾਊਂਡ ਆ ਉਹ ਸੇਮ ਹੋਵੇ। ਸੱਚ ਐਜ਼, ਜਿਵੇਂ ਐਗਜ਼ਾਮਪਲਸ ਲੈ ਲਈ ਆਪਾਂ, ਸੱਚ ਐਜ਼ ਹੀ ਬਿਲਟ ਆ ਬਿਗ ਬੋਟ। ਦੇਖੋ ਬੇਟਾ ਬਿਲਟ ਦੀ ਬੀ, ਬਿਗ ਦੀ ਬੀ ਅਤੇ ਬੋਟ ਦੀ ਬੀ, ਤਿੰਨੇ ਹੋ ਗਏ ਨਾ ਆਪਣੇ, ਤਿੰਨੇ ਵਰਡਸ ਹੋ ਗਏ ਜਿਹੜੇ ਬਿਲਟ, ਬਿਗ, ਬੋਟ। ਤਿੰਨਾਂ ਦੀ ਜਿਹੜੀ ਫਸਟ ਕੰਸੋਨੈਂਟਸ ਆ ਬੀ ਹੈ, ਯਾਨੀ ਕਿ ਉਹ ਕੀ ਆ, ਸੇਮ ਹੈ। ਉਹਨਾਂ ਦੀ ਸਾਊਂਡ ਵੀ ਕੀ ਆ, ਕੰਸੋਨੈਂਟ ਸਾਊਂਡ ਸੇਮ ਹੈ। ਤਾਂ ਬੇਟਾ ਇਸ ਚੀਜ਼ ਨੂੰ ਕੀ ਕਹਿੰਦੇ ਆ, ਅਲਿਟਰੇਸ਼ਨ ਕਹਿੰਦੇ ਆ। ਜਿਵੇਂ ਦ ਯੂਜ਼ ਆਫ ਦ ਸੇਮ ਲੈਟਰ ਔਰ ਸਾਊਂਡ ਐਟ ਦ ਬਿਗਨਿੰਗ ਆਫ ਵਰਡਸ ਦੈਟ ਆਰ ਕਲੋਜ਼ ਟੂਗੈਦਰ। ਜਿਹੜੇ ਆਪਸ ਵਿੱਚ ਕਲੋਜ਼ ਹੋਣ ਉਹਨਾਂ ਨੂੰ ਕੀ ਕਹਿੰਦੇ ਆ, ਅਲਿਟਰੇਸ਼ਨਸ ਕਹਿੰਦੇ ਆ, ਅਲਿਟਰੇਸ਼ਨਸ ਕਹਿੰਦੇ ਆ। ਨੈਕਸਟ ਬੇਟਾ ਹੈਗਾ ਆਪਣਾ ਰਾਈਮ, ਤੁਕਬੰਦੀ। ਅ ਵਰਡ ਦੈਟ ਹੈਜ਼ ਦਾ ਸੇਮ ਸਾਊਂਡ ਐਜ਼ ਅਨਦਰ। ਦੂਸਰੇ ਸਾਊਂਡ ਦੀ ਤਰ੍ਹਾਂ ਸੇਮ ਸਾਊਂਡਸ ਹੋਵੇ ਤਾਂ ਬੇਟਾ ਉਸਨੂੰ ਕੀ ਕਹਿੰਦੇ ਆ, ਰਾਈਮ ਕਹਿੰਦੇ ਆ, ਤੁਕਬੰਦੀ ਕਹਿੰਦੇ ਆ। ਐਗਜ਼ਾਮਪਲਸ ਲੈ ਲਓ, ਵਰਡਸ ਰਾਈਮ ਦੈਟ ਐਂਡ ਵਿਦ ਦਾ ਸੇਮ ਵਾਊਲ ਸਾਊਂਡ ਬਟ ਹੈਵ ਡਿਫਰੈਂਟ ਸਪੈਲਿੰਗ। ਜਿਨ੍ਹਾਂ ਦੀ ਬੇਟਾ ਵਾਊਲ ਸਾਊਂਡ ਕੀ ਹੈ, ਜਿਹੜੀ ਸੇਮ ਹੋਵੇ ਬਟ ਜਿਹੜੇ ਉਹਨਾਂ ਦੇ ਸਪੈਲਿੰਗ ਆ ਪਰ ਉਹ ਡਿਫਰੈਂਟ ਹੋਣ। ਜਿਵੇਂ ਡੇ, ਪ੍ਰੇ। ਦੇਖੋ ਬੇਟਾ ਡੇ ਅਤੇ ਪ੍ਰੇ ਡਿਫਰੈਂਟ ਸਪੈਲਿੰਗ ਨੇ, ਪਰ ਜਿਹੜੀ ਇਹਨਾਂ ਦੀ ਲਾਸਟ ਵਾਊਲ ਸਾਊਂਡ ਆ ਉਹ ਕੀ ਹੈ, ਸੇਮ ਹੈ। ਠੀਕ ਹੈ, ਇਸੇ ਤਰ੍ਹਾਂ ਬੇਟਾ ਦਿਸ ਇਜ਼ ਟਰੂ ਫॉर ਵਰਡਸ ਦਾ ਸਮ ਕੰਸੋਨੈਂਟਸ। ਕੰਸੋਨੈਂਟ ਦੇ ਵਿੱਚ ਵੀ ਇਹ ਸੇਮ ਹੀ ਹੁੰਦੇ ਆ। ਜਿਵੇਂ ਐਂਡਿੰਗ ਐਜ਼ ਵੈਲ, ਜਿਹੜੀ ਕੰਸੋਨੈਂਟ ਦੀ ਐਂਡਿੰਗ ਆ ਸੇਮ ਇਸੇ ਤਰ੍ਹਾਂ ਹੀ ਹੋਵੇ। ਜਿਵੇਂ ਵੇਨ, ਰੇਨ, ਲੇਨ। ਦੇਖੋ ਬੇਟਾ 3 ਡਿਫਰੈਂਟ ਵਰਡਸ ਹੋ ਗਏ ਨਾ, 3 ਡਿਫਰੈਂਟ ਵਰਡਸ, ਪਰ ਜਿਹੜੀ ਇਹਨਾਂ ਦੀ ਲਾਸਟ ਕੰਸੋਨੈਂਟ ਸਾਊਂਡ ਆ ਉਹ ਸੇਮ ਹੈ, ਵੇਨ, ਰੇਨ, ਲੇਨ। ਤਾਂ ਬੇਟਾ ਇਹ ਆਪਣੀ ਕੀ ਹੋ ਗਈ, ਰਾਈਮ ਹੋ ਗਈ। ਨੈਕਸਟ ਹੈਗੀ ਆ ਰਾਈਮ ਸਕੀਮ। ਰਾਈਮ ਸਕੀਮ ਕੀ ਹੁੰਦੀ ਹੈ, ਰਾਈਮ ਸਕੀਮ ਇਜ਼ ਦਾ ਪੈਟਰਨਰ ਆਫ ਸਾਊਂਡਸ ਦਾ ਕੀ ਇੱਕ ਪੈਟਰਨਰ ਹੈ। ਦੈਟ ਰਿਪੀਟਡ ਐਟ ਦਾ ਐਂਡ ਆਫ ਅ ਲਾਈਨ ਔਰ ਸਟੈਂਜਾ। ਜਿਹੜੇ ਸਟੈਂਜਾ ਦੇ ਐਂਡ ਦੀ, ਲਾਈਨ ਦੇ ਐਂਡ 'ਚ ਜਾਂ ਸਟੈਂਜਾ ਦੇ ਐਂਡ ਦੇ ਵਿੱਚ ਹੁੰਦੀ ਹੈ। ਠੀਕ ਹੈ ਬੇਟਾ, ਜਿਵੇਂ ਸੈਟ ਕੈਟ, ਸਟੈਂਜਾ ਦੇ ਵਿੱਚ ਦੇਖਦੇ ਹੁੰਦੇ ਨਾ ਲਾਸਟ ਵਰਡ ਸੇਲ,
ਸੇਲ ਕੇਲ ਸਪੈਲਿੰਗ ਹੁੰਦੀ ਹੈ ਨਾਲ ਲਾਸਟ ਦੇ ਵਿੱਚ, ਠੀਕ ਹੈ, ਵਰਡਸ ਹੁੰਦੇ ਆ ਜਿਹੜੇ ਆਪਣੇ ਸੇਮ ਹੁੰਦੇ ਆ, ਤਾਂ ਬੇਟਾ ਉਹਨਾਂ ਨੂੰ ਕਹਿੰਦੇ ਆ ਰਾਈਮ ਸਕੀਮ। ਜਿਵੇਂ ਆਪਾਂ ਐਗਜ਼ਾਮਪਲਸ ਲੈ ਲੈਂਦੇ ਹਾਂ, ਇਨ ਐਨ ਏ ਬੀ ਰਾਈਮ ਸਕੀਮ, ਠੀਕ ਹੈ ਬੇਟਾ। ਏ ਬੀ ਰਾਈਮ ਸਕੀਮ ਦੇ ਵਿੱਚ ਦ ਫਸਟ ਐਂਡ ਥਰਡ ਲਾਈਨ ਐਂਡਸ ਵਿਦ ਰਾਈਮਿੰਗ ਵਰਡਸ ਏ। ਜਿਹੜੀ ਫਸਟ ਅਤੇ ਥਰਡ ਲਾਈਨ ਹੈ, ਠੀਕ ਹੈ, ਉਹ ਕਾਹਦੇ ਨਾਲ ਆਪਣੀ ਕਿਹੜੀ ਰਾਈਮਿੰਗ ਵਰਡਸ ਨਾਲ ਐਂਡ ਹੁੰਦੀ ਹੈ ਬੇਟਾ, ਏ ਨਾਲ। ਐਂਡ ਦ ਸੈਕਿੰਡ ਐਂਡ ਦ ਫੋਰਥ ਲਾਈਨ ਐਂਡ ਵਿਦ ਡਿਫਰੈਂਟ ਰਾਈਮਿੰਗ ਵਰਡਸ ਬੀ, ਠੀਕ ਹੈ ਬੇਟਾ। ਫਸਟ ਅਤੇ ਥਰਡ ਆਪਣੀ ਏ ਨਾਲ ਹੁੰਦੀ ਹੈ, ਅਤੇ ਸੈਕਿੰਡ ਅਤੇ ਫੋਰਥ ਆਪਣੀ ਜਿਹੜੀ ਰਾਈਮਿੰਗ ਵਰਡਸ ਡਿਫਰੈਂਟ ਰਾਈਮਿੰਗ ਵਰਡਸ ਉਹ ਬੀ ਹੈ, ਠੀਕ ਹੈ ਬੇਟਾ। ਜਿਵੇਂ ਐਗਜ਼ਾਮਪਲ ਹੈ ਆਈ ਹੈਵ ਅ ਕੈਟ, ਠੀਕ ਹੈ, ਆਈ ਹੈਵ ਅ ਹੈਟ, ਬੇਟਾ ਇਹ ਆਪਣੀ ਫਸਟ ਅਤੇ ਥਰਡ ਹੋ ਗਈ। ਹੈਟ ਕੈਟ ਦੋਨੋਂ ਸੇਮ ਹੋ ਗਈਆਂ ਨਾ, ਸਾਊਂਡ ਸੇਮਸ ਹੋ ਗਈਆਂ, ਹੈਟ ਕੈਟ। ਸੈਕਿੰਡ ਹੈਗੀ ਆਈ ਹੈਵ ਅ ਹਾਊਸ, ਆਈ ਹੈਵ ਅ ਮਾਊਸ, ਇਹ ਕੀ ਹੈ ਬੇਟਾ, ਫੋਰਥ ਅਤੇ ਸੈਕਿੰਡ ਹੋ ਗਈ ਆਪਣੀ ਮਾਊਸ ਹਾਊਸ। ਤਾਂ ਇਹ ਬੇਟਾ ਇਹ ਕੀ ਹੋ ਗਈਆਂ ਆਪਣੀਆਂ ਰਾਈਮ ਸਕੀਮਸ ਹੋ ਗਈਆਂ। ਜਿਵੇਂ ਫਸਟ ਵਾਲੀ ਆਪਣੀ ਏ ਸੀ, ਕੈਟ ਵਾਲੀ, ਥਰਡ ਵਾਲੀ ਹੈਟ ਵਾਲੀ, ਸੈਕਿੰਡ ਹੋ ਗਈ ਮਾਊਸ ਅਤੇ ਫੋਰਥ ਹੋ ਗਈ ਹਾਊਸ। ਤਾਂ ਇਹ ਕੀ ਸੀ ਬੇਟਾ ਆਪਣੀਆਂ ਰਾਈਮ ਸਕੀਮ ਦੀਆਂ ਐਗਜ਼ਾਮਪਲਸ ਸੀਗੀਆਂ। ਅੱਗੇ ਕੀ ਆ ਗਈ ਸਿਮਲੀ। ਸਿਮਲੀ ਕੀ ਆ, ਅ ਵਰਡ ਔਰ ਫਰੇਜ਼ ਦੈਟ ਕੰਪੇਅਰਸ ਸਮਥਿੰਗ ਟੂ ਸਮਥਿੰਗ ਐਲਸ, ਕਿਸੇ ਚੀਜ਼ ਨਾਲ ਕੰਪੇਅਰ ਕੀਤੀ ਜਾਵੇ। ਯੂਜ਼ਿੰਗ ਦਾ ਵਰਡ ਲਾਈਕ ਐਂਡ ਐਜ਼, ਕਿਹੜੇ ਵਰਡਸ ਯੂਜ਼ ਕਰਕੇ, ਲਾਈਕ ਅਤੇ ਐਜ਼ ਨੂੰ ਯੂਜ਼ ਕਰਕੇ ਕਿਸੇ ਚੀਜ਼ ਨੂੰ ਕੰਪੇਅਰ ਕਰਨਾ ਅਤੇ ਵਰਡਸ ਯੂਜ਼ ਕਰਨਾ ਲਾਈਕ ਐਂਡ ਐਜ਼, ਤਾਂ ਉਸ ਚੀਜ਼ ਨੂੰ ਸਿਮਲੀ ਕਹਿੰਦੇ ਆ। ਜਿਵੇਂ ਐਗਜ਼ਾਮਪਲ ਫੇਸ ਲਾਈਕ ਅ ਮਾਸਕ, ਵਾਈਟ ਐਜ਼ ਅ ਸਨੋ, ਤਾਂ ਬੇਟਾ ਇਹ ਕੀ ਚੀਜ਼ ਹੋ ਗਈਆਂ ਆਪਣੀਆਂ ਸਿਮਲੀਜ਼ ਹੋ ਗਈਆਂ। ਅੱਗੇ ਆ ਗਿਆ ਪਨ। ਐਨ ਅਮਿਊਜ਼ਿੰਗ ਯੂਜ਼ ਆਫ ਅ ਵਰਡ ਦੈਟ ਕੈਨ ਹੈਵ ਟੂ ਮੀਨਿੰਗ ਔਰ ਆਫ ਡਿਫਰੈਂਟ ਵਰਡਸ ਦੈਟ ਸਾਊਂਡ ਆਰ ਦਾ ਸੇਮ, ਇਸ ਚੀਜ਼ ਨੂੰ ਕੀ ਕਹਿੰਦੇ ਆ ਬੇਟਾ, ਪਨਸ ਕਹਿੰਦੇ ਆ, ਜਿਹੜੇ ਕਿ ਟੂ ਮੀਨਿੰਗਸ ਰੱਖਦੇ ਹੋਣ ਬਟ ਜਿਹੜੀ ਉਹਨਾਂ ਦੀ ਸਾਊਂਡਸ ਹੈ ਉਹ ਸੇਮ ਹੋਵੇ। ਐਗਜ਼ਾਮਪਲ ਲੈ ਲਓ, ਮੇਕ ਲਾਈਕ ਅ ਟਰੀ ਐਂਡ ਲੀਵ, ਠੀਕ ਹੈ ਬੇਟਾ। ਇਟ ਮੀਨਸ ਟੂ ਮੇਕ ਅ ਫਰੈਸ਼ ਸਟਾਰਟ ਐਂਡ ਚੇਂਜ ਯੂਅਰ ਬਿਹੇਵੀਅਰ, ਵੀ ਇਸ ਫਰੇਜ਼ ਦਾ ਮਤਲਬ ਹੈਗਾ ਗਾ ਵੀ ਤੁਸੀਂ ਜਿਹੜਾ ਕਿ ਇੱਕ ਫਰੈਸ਼ ਸਟਾਰਟ ਕਰੋ ਅਤੇ ਆਪਣੇ ਬਿਹੇਵੀਅਰ ਦੇ ਵਿੱਚ ਕੀ ਹੈ ਚੇਂਜ ਲਿਆਓ, ਠੀਕ ਹੈ। ਪਾਸਟ ਨੂੰ ਭੁੱਲ ਕੇ ਇੱਕ ਨਵਾਂ ਸਟਾਰਟ ਕਰੋ, ਨਵੇਂ ਫਰੈਸ਼ ਸਟਾਰਟ ਕਰੋ ਅਤੇ ਆਪਣੇ ਜਿਹੜੇ ਕੀ ਹੈ ਬਿਹੇਵੀਅਰ ਦੇ ਵਿੱਚ ਚੇਂਜਸ ਲਿਆਓ। ਅੱਗੇ ਹੈਗਾ ਮੈਟਾਫਰ। ਅ ਵਰਡ ਔਰ ਫਰੇਜ਼ ਦੈਟ ਇਜ਼ ਯੂਜ਼ਡ ਇਨ ਐਨ ਇਮੈਜੀਨੇਟਿਵ ਵੇ, ਕੋਈ ਵੀ ਵਰਡ ਹੈ ਜਾਂ ਫਰੇਜ਼ ਹੈ ਜਿਹੜਾ ਕਿ ਇਮੈਜੀਨੇਟਿਵ ਕਾਲਪਨਿਕ ਵੇ ਦੇ ਵਿੱਚ ਯੂਜ਼ਡ ਕੀਤਾ ਜਾਂਦਾ ਹੈ ਟੂ ਸ਼ੋ ਦੈਟ ਸਮਬੋਡੀ ਸਮਥਿੰਗ ਹੈਜ਼ ਦਾ ਸੇਮ ਕੁਆਲਿਟੀ ਐਜ਼ ਅਨਦਰ ਥਿੰਗ, ਵੀ ਕੋਈ ਸਮਬੋਡੀ ਜਾਂ ਕੋਈ ਚੀਜ਼ ਹੈ ਜਿਹੜੀ ਕਿ ਉਹ ਸੇਮ ਕੁਆਲਿਟੀ ਰੱਖਦੀ ਹੋਵੇ ਦੂਸਰੇ ਦੀ ਤਰ੍ਹਾਂ, ਤਾਂ ਉੱਥੇ ਕੀ ਹੈ ਬੇਟਾ ਇਸ ਨੂੰ ਯੂਜ਼ ਕੀਤਾ ਜਾਂਦਾ ਹੈਗਾ। ਜਿਵੇਂ ਐਗਜ਼ਾਮਪਲਸ ਲੈ ਲਓ, ਹਰ ਵਰਡਸ ਵਰ ਆ ਨਾਈਫ ਇਨ ਹਿਜ਼ ਹਾਰਟ, ਤਾਂ ਬੇਟਾ ਹੈਗੀ ਹੈ ਹਰ ਵਰਡਸ ਵਰ ਆ ਨਾਈਫ ਇਨ ਹਿਜ਼ ਹਾਰਟ, ਇਹ ਕੀ ਹੈ ਬੇਟਾ, ਇਜ਼ ਅ ਮੈਟਾਫਰ, ਇਹ ਅਲੰਕਾਰ ਹੈ ਇੱਕ, ਠੀਕ ਹੈ ਬੇਟਾ, ਸਮਝ ਗਏ। ਅ ਫਿਗਰ ਆਫ ਸਪੀਚ ਕੰਪੇਅਰਿੰਗ ਟੂ ਅਨਲਾਈਕ ਥਿੰਗਸ ਵਿਦਾਊਟ ਯੂਜ਼ਿੰਗ ਲਾਈਕ ਔਰ ਐਜ਼, ਦੇਅਰ ਚਿਕਸ ਵਰ ਰੋਜ਼ਸ, ਐਗਜ਼ਾਮਪਲਸ ਹੈ ਬੇਟਾ ਇਹ, ਦੇਅਰ ਚਿਕਸ ਵਰ ਰੋਜ਼ਸ, ਇਹ ਕੀ ਹੈਗਾ ਮੈਟਾਫਰ ਹੈ ਬੇਟਾ। ਸਿਮਲੀ ਅਤੇ ਮੈਟਾਫਰ ਦੇ ਵਿੱਚ ਕੀ ਦੋਨੋਂ ਕੀ ਹੈਗੇ, ਇਹ ਕੰਪੈਰੀਜ਼ਨ ਲਈ ਵਰਤੇ ਜਾਂਦੇ ਆ, ਪਰ ਦੋਨਾਂ ਦੇ ਵਿੱਚ ਡਿਫਰੈਂਸਿਸ ਕੀ ਹੈ ਕਿ ਸਿਮਲੀ ਲਈ ਅਸੀਂ ਲਾਈਕ ਅਤੇ ਐਜ਼ ਦੀ ਵਰਤੋਂ ਕਰਦੇ ਹਾਂ, ਪਰ ਮੈਟਾਫਰ ਦੇ ਲਈ ਅਸੀਂ ਲਾਈਕ ਅਤੇ ਐਜ਼ ਦੀ ਵਰਤੋਂ ਨਹੀਂ ਕਰਦੇ। ਇਹ ਕੀ ਹੈ ਬੇਟਾ, ਜਿਵੇਂ ਕਿ ਆਪਾਂ ਲਿਖਿਆ ਸੀ ਦੇਅਰ ਚਿਕਸ ਵਰ ਰੋਜ਼ਸ, ਠੀਕ ਹੈ। ਜੇ ਆਪਾਂ ਸਿਮਲੀ ਦੇ ਵਿੱਚ ਲਿਖਦੇ ਦੇਅਰ ਚਿਕਸ ਵਰ ਲਾਈਕ ਰੋਜ਼ਸ, ਦੇਅਰ ਚਿਕਸ ਲਾਈਕ ਰੋਜ਼ਸ, ਤਾਂ ਬੇਟਾ ਇਹ ਕੀ ਹੋ ਗਿਆ ਸਿਮਲੀਜ਼ ਹੋ ਗਿਆ। ਪਰ ਮੈਟਾਫਰ ਦੇ ਵਿੱਚ ਅਸੀਂ ਲਿਖਾਂਗੇ ਦੇਅਰ ਚਿਕਸ ਵਰ ਰੋਜ਼ਸ, ਤਾਂ ਬੇਟਾ ਇਹ ਕੀ ਚੀਜ਼ ਹੈ ਮੈਟਾਫਰ ਹੈ, ਯਾਦ ਰੱਖਣਾ। ਅ ਫਿਗਰ ਆਫ ਸਪੀਚ ਕੰਪੇਅਰਿੰਗ ਟੂ ਅਨਲਾਈਕ ਥਿੰਗਸ ਵਿਦਾਊਟ ਯੂਜ਼ਿੰਗ ਲਾਈਕ ਔਰ ਐਜ਼, ਲਾਈਕ ਔਰ ਐਜ਼ ਦੀ ਵਰਤੋਂ ਨਹੀਂ ਕਰਨੀ ਪਰ ਉਸ ਚੀਜ਼ ਨੂੰ ਕੰਪੇਅਰ ਕਰਨਾ, ਤਾਂ ਉਸ ਚੀਜ਼ ਨੂੰ ਕੀ ਕਹਿੰਦੇ ਆ ਮੈਟਾਫਰ ਕਹਿੰਦੇ ਆ। ਸੋ ਬੇਟਾ ਇਹ ਸੀ ਆਪਣਾ ਅੱਜ ਦਾ ਟੋਪਿਕ। ਥੈਂਕ ਯੂ।